गुड मॉर्निंग पंजाब, तुसीं वेख रहे हो जी पंजाब हरियाणा हिमाचल। मैं तुहाडे नाल कुलविंदर कौर ते बुलेटिन दी शुरुआत अज दी सब तो अहम खबर तो करांगे। तीजे गेड़ दे विच अज 93 सीटां ते वोटिंग होवेगी। दस कि 11 सूबे दे विच 93 सीटां ते वोटिंग शुरू हो चुकी है ते यूपी दीआं 10 सीटां ते भी अज वोटिंग होवेगी। तां अज 1300 उम्मीदवारां दी किस्मत दा फैसला होवेगा। तीजे गेड़ दे विच 7 केंद्रीय मंत्री ते 3 साबका सीएम चोण मैदान दे विच ने। तीजे गेड़ दे विच अज 93 सीटां ते वोटिंग शुरू हो चुकी है। 11 सूबियां दे विच 93 सीटां ते वोटिंग शुरू हो चुकी है। तो यूपी दीआं 11 सीटां ते अज वोटिंग हो रही है। दस दे कि 1300 उम्मीदवारां दी किस्मत अज दांव ते लगी हुई है। तीजे गेड़ दे विच 7 केंद्रीय मंत्री अते 3 साबका मुख मंत्री चोण मैदान दे विच ने। तस्दीक पंजाब हरियाणा हिमाचल ते लगातार ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। 2019 ਦੇ ਵਿੱਚ ਲੋਕ ਸਭਾ ਚੋਣਾਂ ਦੇ ਕੀ ਨਤੀਜੇ ਰਹੇ। ਭਾਜਪਾ 303, ਕਾਂਗਰਸ ਨੇ 52 ਸੀਟਾਂ ਤੇ ਅਦਰ 187 ਤੇ ਆਏ ਸੀ। ਤਸਦੀਕ ਪੰਜਾਬ ਹਰਿਆਣਾ ਹਿਮਾਚਲ ਤੇ ਤੁਸੀਂ ਇਸ ਵਕਤ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਵੇਖ ਰਹੇ ਹੋ। ਤੀਜੇ ਗੇੜ ਦੇ ਵਿੱਚ ਅੱਜ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ ਇਹ VOTING ਚੱਲ ਰਹੀ ਹੈ। ਤਾਂ ਦੱਸ ਦਈਏ ਕਿ यूपी ਦੀਆਂ 10 ਸੀਟਾਂ ਤੇ ਵੀ ਅੱਜ VOTING ਹੈ। ਅੱਜ 1300 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਤਾਂ ਉੱਥੇ ਤੀਜੇ ਗੇੜ ਦੇ ਵਿੱਚ 7 ਕੇਂਦਰੀ ਮੰਤਰੀ ਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। ਤੀਜੇ ਗੇੜ ਦੇ ਵਿੱਚ 93 ਸੀਟਾਂ ਤੇ VOTING ਚੱਲ ਰਹੀ ਹੈ। यूपी ਦੀਆਂ 10 ਸੀਟਾਂ ਤੇ ਅੱਜ VOTING ਹੋ ਰਹੀ ਹੈ। ਦੱਸ ਦਈਏ ਕਿ 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ। ਤਾਂ ਉੱਥੇ ਜੇ ਗੱਲ ਕੀਤੀ ਜਾਵੇ ਤੀਜੇ ਗੇੜ ਦੀ ਤਾਂ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਹਾਲਾਂਕਿ ਇਹਨਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। 4 ਜੂਨ ਨੂੰ ਇਹਨਾਂ ਸੀਟਾਂ ਤੇ ਨਾਮ ਸਾਫ਼ ਹੋ ਜਾਣਗੇ ਕਿ ਕਿਸ ਦਾ ਦਾ ਚੱਲਿਆ। ਤਾਂ ਤੀਜੇ ਗੇੜ ਦੇ ਲਈ ਅੱਜ VOTING ਹੈ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਤਾਂ ਉੱਥੇ ਲੋਕ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਦੇ ਵਿੱਚ ਲੱਗ ਗਏ ਨੇ। ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਲੋਕ ਘਰਾਂ ਤੋਂ ਨਿਕਲ ਚੁੱਕੇ ਨੇ। ਆਪਣੀ ਵਾਰੀ ਦਾ ਇੰਤਜ਼ਾਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਉਹ ਦੱਸ ਦਈਏ ਕਿ 7 ਕੇਂਦਰੀ ਮੰਤਰੀਆਂ ਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। ਤਾਂ ਆਪਣੀ ਕਿਸਮਤ ਅੱਜ ਇਹ ਅਜ਼ਮਾਉਣ ਦੇ ਲਈ ਇੱਥੇ ਚੋਣ ਮੈਦਾਨ ਦੇ ਵਿੱਚ ਨੇ। 1300 ਉਮੀਦਵਾਰਾਂ ਦੀ ਕਿਸਮਤ ਅੱਜ ਫੈਸਲਾ ਹੋਵੇਗਾ। EVM ਦੇ ਵਿੱਚ ਇਹਨਾਂ ਦੀ ਕਿਸਮਤ ਅੱਜ ਕੈਦ ਹੋਵੇਗੀ। ਹਾਲਾਂਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਤਸਦੀਕ ਪੰਜਾਬ ਹਰਿਆਣਾ ਹਿਮਾਚਲ ਤੇ ਇਸ ਵਕਤ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਦੇਖ ਰਹੇ ਹੋ। ਤੀਜੇ ਗੇੜ ਦੇ ਵਿੱਚ ਅੱਜ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। यूपी ਦੀਆਂ 10 ਸੀਟਾਂ ਤੇ VOTING ਹੋਵੇਗੀ। ਦੱਸ ਦਈਏ ਕਿ ਅੱਜ 1300 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋਵੇਗੀ। ਹਾਲਾਂਕਿ ਇਹਨਾਂ ਦੀ ਕਿਸਮਤ ਦਾ ਫੈਸਲਾ 4 ਜੂਨ ਨੂੰ ਆਵੇਗਾ। ਤੀਜੇ ਗੇੜ ਦੇ ਵਿੱਚ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ। ਤਾਂ 1300 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। EVM ਦੇ ਵਿੱਚ ਅੱਜ ਇਹਨਾਂ ਦੀ ਕਿਸਮਤ ਕੈਦ ਹੋਵੇਗੀ। 4 ਜੂਨ ਨੂੰ ਨਤੀਜੇ ਸਾਫ਼ ਹੋਣਗੇ। ਤਸਦੀਕ ਪੰਜਾਬ ਹਰਿਆਣਾ ਹਿਮਾਚਲ ਤੇ ਇਸ ਵਕਤ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। लगातार ग्राफिक्स के जरिए भी तुहानूं समझाउण दी कोशिश कर रहे हैं कि कित्थों किस उम्मीदवार का नाम ऐलानिया गया ते किस दे खिलाफ चोण मैदान दे विच उतरे ने। 1300 उम्मीदवारां दी किस्मत दा अज फैसला होवेगा। EVM दे विच इन्हां दी किस्मत कैद हो जाएगी। तस्दीक पंजाब हरियाणा हिमाचल लगातार यही अपील कर रहा है कि घरों तो बाहर निकलो, अपने जमहूरी हक का इस्तेमाल जरूर करो, वोट जरूर भुगता के आओ। ਅੱਜ 1300 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਕੈਦ ਹੋ ਜਾਵੇਗੀ। ਤੀਜੇ ਗੇੜ ਦੇ ਵਿੱਚ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਤਾਂ 2019 ਦੇ ਵਿੱਚ ਲੋਕ ਸਭਾ ਦੇ ਨਤੀਜੇ ਕੀ ਰਹੇ ਸੀ ਉਹ ਵੀ ਤੁਹਾਨੂੰ ਲਗਾਤਾਰ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। नरेंद्र मोदी तकरीबन 7:30 बजे अपना वोट देने आएंगे। वो मतदान मथक आता है केंद्रीय गृह मंत्री अमित शाह की जो कॉन्स्टिट्यूंसी है गांधीनगर, उसके तहत। तो अहमदाबाद शहर का ये इलाका है और कैमरा पर्सन को कहूँगा बाहर की तरफ का जो नज़ारा है वो दिखाने का प्रयत्न करें। ये पूरा जो एरिया है वो कॉर्डन ऑफ कर दिया गया है। रोड के दोनों तरफ बिल्कुल हाई लेवल के जो बैरिकेडिंग है वो लगा दिए गए हैं। SPG के अधिकारी हो या स्थानीय क्राइम ब्रांच हो और पुलिस के आला अधिकारी लगातार यहाँ पर गश्त कर रहे हैं, क्योंकि 7 बजे गांधीनगर राजभवन से प्रधानमंत्री नरेंद्र मोदी का निकलने का टाइम था। उसके बाद तकरीबन 7:30 बजे वो यहाँ पर पहुँचेंगे। हर साल जब भी चुनाव होते हैं, चाहे फिर वो गुजरात विधानसभा का हो या फिर लोकसभा का हो, जब भी चुनाव होता है तो वो ज़रूर से अपना वोट डालना है। यहाँ निशान जो स्कूल है तकरीबन यहाँ से 200 मीटर दूर है, क्योंकि अलग अलग लेवल पर जो
ਤੇ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ 11 ਰਾਜਾਂ ਦੀਆਂ ਕੁੱਲ 93 ਸੀਟਾਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ। ਤੇ 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਚੱਲ ਰਹੀ ਹੈ। ਤਾਂ ਉੱਥੇ ਦੱਸ ਦਈਏ ਕਿ 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ। ਹਾਲਾਂਕਿ 4 ਜੂਨ ਨੂੰ ਇਸ ਦੇ ਨਤੀਜੇ ਸਾਫ਼ ਹੋਣਗੇ। 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ मैदान ਦੇ ਵਿੱਚ ਨੇ। है कि एक सामान्य नागरिक की तरह ही वो भी लाइन में खड़े रहकर अपना वोट देते हैं। वोट देने के बाद वो वहां से चलते हुए तकरीबन 150 से 200 मीटर ਤੇ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੇ ਵਿੱਚ ਉੱਤਰ ਪ੍ਰਦੇਸ਼ ਤੋਂ 10, ਗੁਜਰਾਤ ਤੋਂ 25, ਕਰਨਾਟਕ ਤੋਂ 14, महाराष्ट्र ਤੋਂ 11, मध्य प्रदेश ਤੋਂ 9। तकरीबन 25 से 27 किलोमीटर का जो डिस्टेंस है राजभवन से यहाँ का जो अहमदाबाद शहर में आया हुआ पुलिस स्टेशन है। हाँ, हम अहमदाबाद शहर का ये इलाका है, लेकिन ये जो मतदान मथक है वो गांधीनगर लोकसभा सीट के तहत आता है और इसीलिए ਤਾਂ ਮੱਧ ਪ੍ਰਦੇਸ਼ ਦੀਆਂ 9 ਸੀਟਾਂ ਦੇ ਲਈ ਹੋਣ ਵਾਲੀਆਂ ਚੋਣਾਂ ਦੇ ਵਿੱਚ 3 ਵੱਡੇ ਦਿਗਗਜ ਆਗੂ ਆਪਣੀ ਵੋਟ ਭੁਗਤਾਉਣਗੇ। 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। ਤੀਜੇ ਗੇੜ ਦੇ ਲਈ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਤਾਂ ਉੱਥੇ ਹੀ ਲਗਾਤਾਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਇਹੀ ਅਪੀਲ ਕਰ ਰਿਹਾ ਵੋਟਰਸ ਨੂੰ ਕਿ ਘਰਾਂ ਤੋਂ ਨਿਕਲੋ, ਆਪਣੇ ਜ਼ਮੂਰੀ ਹੱਕ ਦਾ ਇਸਤੇਮਾਲ ਜ਼ਰੂਰ ਕਰੋ, ਵੋਟ ਭੁਗਤਾ ਕੇ ਜ਼ਰੂਰ ਆਓ। ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਲਗਾਤਾਰ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ ਕਿਸ ਦੇ ਖਿਲਾਫ ਚੋਣ ਲੜ ਰਿਹਾ ਹੈ। ਤਾਂ 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ। विधायक रहे हैं उनको यहाँ पर पीडीए के जो समीकरण है उसके आधार पर जो है टिकट दिया गया। इसके ठीक बगल में बरेली चले जाते हैं तो बरेली में छत्रपाल गंगवार को इस बार जो है टिकट दिया गया। संतोष गंगवार का टिकट काटा गया था जिसको लेकर विरोध भी बहुत हुआ था। उसके बाद उनके सामने प्रवीण एरन है, वो जो है चुनावी मैदान में है। बदायूं की तरफ थोड़ा सा अगर हम शिफ्ट होते हैं क्योंकि देखिए आंवला की जो 2 विधानसभाएं हैं वो बदायूं की जिले में पड़ती हैं। ऐसे में जो ये बदायूं का समीकरण उसमें आदित्य यादव इस बार जो है चुनावी मैदान में है। शिवपाल यादव के बेटे हैं, उनका एक बड़ा समीकरण जो है वो दिखाई पड़ रहा है। शिवपाल यादव की प्रतिष्ठा दांव पे लगी हुई है। अब तो थोड़ा सा आगे की बढ़ते हैं, फिरोजाबाद की तरफ चले जाते हैं तो वहां पर अक्षय यादव। तो ये जो पूरा लड़ाई है, ये जो पूरा जो लैंड है ये यादव लैंड कहा जाता है। चाहे फिरोजाबाद हो, चाहे हम बदायूं की बात करते हैं या हम मैनपुरी की तरफ चले जाते हैं, यहाँ पर एक बड़ा वोट बैंक जो है वो देखा जाता है। और ये सपा और भाजपा के बीच की जो लड़ाई इस फेज में ये कहा जा रहा है, जो एनालिसिस किया जाता है कि 50-50 के आसपास रहेगी। क्योंकि एटा में अगर राजवीर सिंह है, कल्याण सिंह के बेटे, तो यहीं पर मैनपुरी से डिंपल यादव चुनाव लड़ रही हैं। उनके सामने इस बार जो है चुनावी मैदान में जो है यूपी सरकार के मंत्री जयवीर सिंह को उतारा गया। फिरोजाबाद में ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ ਤੇ ਇਹਨਾਂ ਦੇ ਵਿੱਚੋਂ 120 ਮਹਿਲਾ ਉਮੀਦਵਾਰਾਂ ਨੇ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤ ਦੇ ਗਾਂਧੀਨਗਰ ਸੰਸਦੀ ਹਲਕੇ ਦੇ ਵਿੱਚ ਵੋਟ ਪਾਉਣਗੇ। ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਤੇ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋ ਜਾਵੇਗੀ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। लगातार ग्राफिक्स के जरिए भी एक चीज समझाने की तुहानू कोशिश कर रहे हैं। 11 सूबे के 93 सीटां ते वोटिंग शुरू हुई है। यूपी के 10 सीटां ते भी अज वोटिंग है। 1300 उम्मीदवारों की किस्मत EVM दे विच अज कैद हो जाएगी। तो तुहानू एक बार दस दिए कि प्रधानमंत्री नरेंद्र मोदी ते केंद्रीय गृह मंत्री अमित शाह गुजरात के गांधीनगर संसदीय हलके दे विच अज वोट पाउणगे। हालांकि इन्हां दे किस्मत साफ 4 जून नूं होवेगी। 1300 उम्मीदवारों की किस्मत अज EVM दे विच कैद होवेगी। 2019 के लोक सभा चोणां दे नतीजे की रहे वह भी तुहानू लगातार दिखा रहे हैं। ग्राफिक्स के जरिए एक चीज समझाउंदी ज़ी पंजाब हरियाणा हिमाचल ते कोशिश कर रहे हैं। ग्यारह सूबे 93 सीटां ते वोटिंग शुरू हुई है। अज 1300 उम्मीदवारों की किस्मत EVM दे विच कैद हो जाएगी। तीजे गेड़ दे विच 7 केंद्रीय मंत्री अते 3 साबका CM चोण मैदान दे विच ने। तां सीधियां तस्वीरां आ रही ने। लोग इत्थे वोट भुगताउण दी लई लाइनां दे विच लग चुके ने। अपनी वारी दा इंतजार इन्हां लोकां वल्लों कीता जा रहा है। वोटर्स अपने जमहूरी हक दा इस्तेमाल करन लई इत्थे पहुंच चुके ने। तां ज़ी पंजाब हरियाणा हिमाचल ते सीधियां तस्वीरां तुसीं वेख सकते हो।
ਤਾਂ ਲਗਾਤਾਰ ਤੁਹਾਨੂੰ ਇੱਕ ਚੀਜ਼ ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਲੋਕ ਸਭਾ ਹਲਕੇ ਤੋਂ ਕਿਹੜਾ ਉਮੀਦਵਾਰ किस ਦੇ खिलाफ है। प्रज्ञा ठाकुर थी तो हिंदू मुस्लिम का मुद्दा बेहद बहुत बड़ा था यहाँ पर, और इस बार आलोक शर्मा चुनावी मैदान में। उतना कांग्रेस ने भी दमखम नहीं लगाया इन सीटों पर, क्योंकि कांग्रेस भारतीय जनता पार्टी के हिसाब से कम प्रचार प्रसार किए हैं उनके जो नेता हैं, क्योंकि भारतीय जनता पार्टी में चाहे प्रधानमंत्री मोदी हो, चाहे अमित शाह हो, चाहे जेपी नड्डा हो, तमाम दिग्गज नेताओं ने इन 9 लोकसभा क्षेत्रों में प्रचार प्रसार किया है। चाहे वो राजधानी भोपाल की बात हो, चाहे अलग अलग जो 9 जो सीटें हैं वहाँ पर प्रचार की बात हो। तो इस बार जो है तस्वीरें अलग हैं, क्योंकि मतदाता उतना उत्साहित नहीं है, क्योंकि मतदाताओं का रुझान पिछले वोटिंग परसेंटेज देख लीजिए तो उसमें भी बेहद कम है, क्योंकि उदासीन वोटर है। क्योंकि वोटर कई जगहों पर से पिछली बार भी तस्वीरें आई थी कि मतदाताओं ने बहिष्कार किया था, मतदान नहीं किए थे उनके, क्योंकि उनकी जो मुद्दे थे, चाहे सड़क, बिजली, पानी की समस्या हो। महाराष्ट्र ਦੀਆਂ 11, यूपी ਦੇ 10, ਕਰਨਾਟਕ ਦੀਆਂ ਬਾਕੀ ਬਚਦੀਆਂ 14 ਸੀਟਾਂ, ਛੱਤੀਸਗੜ੍ਹ ਦੀਆਂ 7, ਬਿਹਾਰ ਦੀਆਂ 5, ਅਸਾਮ ਤੇ ਪੱਛਮੀ ਬੰਗਾਲ ਦੇ 4 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। ਦੱਸਦੇ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਣੇ ਵੋਟ ਦਾ ਭੁਗਤਾਨ ਕਰਨਗੇ। ਅਮਿਤ ਸ਼ਾਹ ਵੱਲੋਂ ਵੀ ਅੱਜ ਵੋਟ ਪਾਈ ਜਾਏਗੀ। ਤਾਂ ਗੁਜਰਾਤ ਦੇ ਗਾਂਧੀ ਨਗਰ ਸੰਸਦੀ ਹਲਕੇ ਦੇ ਵਿੱਚ PM ਮੋਦੀ ਆਪਣੀ ਵੋਟ ਭੁਗਤਾਉਣਗੇ। जी पंजाब हरियाणा हिमाचल ਤੇ लगातार सीधियां तस्वीरां ਤੁਸੀਂ ਵੇਖ ਸਕਦੇ ਹੋ। ਅਖਾੜਾ 2024 ਪੂਰੇ ਤਰੀਕੇ ਦੇ ਨਾਲ ਪੱਕਿਆ ਹੋਇਆ ਹੈ ਤਾਂ ਅੱਜ ਤੀਜੇ ਗੇੜ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ। 1300 ਉਮੀਦਵਾਰ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋਵੇਗੀ ਤੇ ਇੱਥੇ ਦੱਸਣਾ ਬੇहद ਜ਼ਰੂਰੀ ਹੈ ਕਿ ਇਹਨਾਂ 1300 ਉਮੀਦਵਾਰਾਂ ਦੇ ਵਿੱਚੋਂ 120 ਮਹਿਲਾ ਉਮੀਦਵਾਰਾਂ ਨੇ ਤਾਂ EVM ਦੇ ਵਿੱਚ ਅੱਜ ਇਹਨਾਂ ਦੀ ਕਿਸਮਤ ਕੈਦ ਹੋ ਜਾਵੇਗੀ। ਹਾਲਾਂਕਿ 4 ਜੂਨ ਨੂੰ ਨਤੀਜੇ ਸਾਫ਼ ਹੋਣਗੇ। ਅਖਾੜਾ 2024 ਪੂਰੇ ਤਰੀਕੇ ਦੇ ਨਾਲ ਪੱਕਿਆ ਹੋਇਆ ਹੈ। तो लोक सभा चोणां दे तीजे गेड़ दे लई VOTING शुरू हो चुकी है। लंबिया कतारां दे विच लोक सवेर तो ही लग गए ने, अपनी वारी दा इंतजार इन्हां वल्लों कीता जा रहा है। 11 सूबे दे विच 93 सीटां ते VOTING चल रही है। यूपी दीआं 10 सीटां ते भी अज VOTIंग है। तो 1300 उम्मीदवारों की किस्मत का फैसला अज EVM दे विच कैद होवेगा। हालांकि 4 जून नूं इन्हां दे नतीजे साफ होणगे। तां तीजे गेड़ दे विच 7 केंद्रीय मंत्री अते 3 साबका मुख मंत्री चोण मैदान दे विच ने। दसिए कि देश भर दे विच 7 गेड़ दे विच यह VOTIंग होनी है। अज तीजे गेड़ दे लई VOTIंग चल रही है। 93 सीटां ते VOTIंग शुरू हो चुकी है। तो यूपी दी 10 सीटां ते भी अज VOTIंग है। अज 1300 उम्मीदवारों की किस्मत EVM दे विच कैद होवेगी। दस दे कि अज देश के प्रधानमंत्री नरेंद्र मोदी, गृह मंत्री अमित शाह भी अपनी वोट का भुगतान करेंगे। तो गुजरात के गांधीनगर संसदीय हल्के दे विच वोट इन्हां वल्लों पाई जाएगी। 1300 उम्मीदवार चोण मैदान दे विच ने, जिन्हां दे विचों 120 महिला उम्मीदवारां ने। तो उत्थे अमित शाह गांधीनगर तो, मनसुख मांडविया पोरबंदर तो, परशोत्तम रूपाला राजकोट तो उम्मीदवार ने। तो चोण मैदान दे विच गुजरात के गांधीनगर तो संसदीय हल्के दे विच वोट अमित शाह वालों पाई जाएगी। तो देश के प्रधानमंत्री नरेंद्र मोदी भी अज अपनी वोट का भुगतान करेंगे। जी पंजाब हरियाणा हिमाचल ते लगातार एक चीज ग्राफिक्स के जरिए तुहानूं समझाउण की कोशिश कर रहे हैं। SP सिंह बघेल आगरा तो ने। मध्य प्रदेश के साबका मुख्यमंत्री शिवराज सिंह चौहान की सियासी किस्मत भी EVM दे विच अज बंद हो जाएगी। के इस महापर्व में हम भी लोगों से अपील करते हैं कि जो लोग अभी तक अपना वोट डालने के लिए नहीं निकले हैं वो अपने घरों से निकलें और पहले मतदान करें, फिर जलपान करें। और जैसा कि मैं बार बार आपको समीकरण की बात बता रहा था, मैं इस वक्त लोकसभा आंवला क्षेत्र में मौजूद हूँ और यहाँ से जो प्रत्याशी हैं धर्मेंद्र कश्यप और नीरज मौर्य, इनका एक समीकरण मैं आपको बताता हूँ, क्योंकि इस बार की जो लड़ाई है बड़ी दिलचस्प है। क्योंकि आंवला सीट एक ऐसी सीट है जहां पर चाहे वो हम बात करें तो कांग्रेस हो, चाहे सपा हो, चाहे हम भाजपा की बात करें, यहां पर जो है सबका एक अपना अच्छा सा वोट बैंक रहा है। पहली दफ़ा ऐसा होगा कि जब धर्मेंद्र कश्यप जो है वो तीसरी बार प्रत्याशी के तौर पर यहाँ पर उतारे गए। यहाँ से मेनका गांधी भी सांसद रह चुकी हैं। ऐसे में यहाँ पर अगर हम बात करते हैं तो जो पूरा समीकरण है आंवला सीट का, उसके हिसाब से, क्योंकि ये बदायूं के जिले में पड़ जाता है, बरेली के भी कुछ विधानसभाएं जो है वो आ
जाती हैं 3 और 2 बदायूं जिले की आ जाती हैं। तो ऐसे में ये जो लोकसभा है इसमें मिला जुला जो समीकरण है ये बीजेपी के लिए जो फायदेमंद होगा या नुकसानदेह होगा ये देखना होगा। तो आपको बता दें कि फिलहाल बस अब कुछ देर के बाद जो बीजेपी के प्रत्याशी हैं धर्मेंद्र कश्यप वो अब थोड़ी देर के बाद जो है अपना वोट कास्ट करने के लिए निकलेंगे। थोड़ी देर बाद हम उनसे बात भी करेंगे। लेकिन आपको बता दें कि यहाँ पर लड़ाई जो है बड़ी दिलचस्प है और इस बार का समीकरण जो इस थर्ड फेज का है इसमें जो एटा है, फिरोजाबाद है, इसके ਤਾਂ ਕਈ ਵੱਡੇ ਦਿਗਜ ਆਗੂਆਂ ਦੀਆਂ ਕਿਸਮਤਾਂ ਅੱਜ ਈਵੀਐਮ ਦੇ ਵਿੱਚ ਕੈਦ ਹੋਣਗੀਆਂ। ਅਮਿਤ ਸ਼ਾਹ, ਸਿੰਧੀਆ, ਚੌਹਾਨ, ਮਾਂਡਵਿਆ, ਜੋਸ਼ੀ ਸਣੇ ਕਈ ਸਿਆਸੀ ਆਗੂਆਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਕੈਦ ਹੋ ਜਾਵੇਗੀ। ਹਾਲਾਂਕਿ 4 ਜੂਨ ਨੂੰ ਨਤੀਜੇ ਸਾਫ਼ ਹੋਣਗੇ। ਤਾਂ ਤੀਜੇ ਗੇੜ ਦੇ ਲਈ VOTING ਚੱਲ ਰਹੀ ਹੈ। 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। यूपी ਦੀਆਂ 10 ਸੀਟਾਂ ਤੇ ਵੀ VOTING ਚੱਲ ਰਹੀ ਹੈ। ਤਾਂ 1300 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਕੈਦ ਹੋਵੇਗੀ। ਤਾਂ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਅਮਿਤ ਸ਼ਾਹ ਇੱਥੇ ਪਹੁੰਚੇ ਨੇ। ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਪਹੁੰਚੇ ਨੇ। ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਸਿੱਧੀਆਂ ਤਸਵੀਰਾਂ ਤੁਸੀਂ ਇਸ ਵਕਤ ਦੀਆਂ ਵੇਖ ਸਕਦੇ ਹੋ। ਸਵੇਰ ਦਾ ਸਮਾਂ ਹੈ, ਹਾਲਾਂਕਿ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਵੀ ਨਜ਼ਰ ਆ ਰਹੇ ਨੇ। ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਇੱਥੇ ਕੀਤੇ ਨਜ਼ਰ ਆ ਰਹੇ ਨੇ। 1300 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਕੈਦ ਹੋਵੇਗੀ। ਤਾਂ ਸਿੱਧੀਆਂ ਤਸਵੀਰਾਂ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ। ਤਾਂ 1300 ਉਮੀਦਵਾਰਾਂ ਦੀ ਕਿਸਮਤ ਈਵੀਐਮ ਦੇ ਵਿੱਚ ਕੈਦ ਹੋਵੇਗੀ। ਦੱਸ ਦਈਏ ਕਿ ਗੁਜਰਾਤ ਦੇ ਗਾਂਧੀਨਗਰ ਸੰਸਦੀ ਹਲਕੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੀ ਵੋਟ ਭੁਗਤਾਈ ਜਾਵੇਗੀ। ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਪੁਲਿਸ ਬਲ ਇੱਥੇ ਭਾਰੀ ਤੈਨਾਤ ਕੀਤਾ ਹੋਇਆ ਹੈ। ਤਾਂ ਇੱਕ ਚੀਜ਼ ਤੇ ਵੀ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਚੰਗੇ ਮਾਹੌਲ ਦੇ ਵਿੱਚ VOTING ਹੋਵੇ। ਸੁਰੱਖਿਆ ਦੇ ਪੁਖਤਾ ਪ੍ਰਬੰਧ ਇੱਥੇ ਕੀਤੇ ਹੋਏ ਨੇ। ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਖ ਰਹੇ ਨੇ। ਸਿੱਧੀਆਂ ਤਸਵੀਰਾਂ ਸੀ ਪੰਜਾਬ, ਹਰਿਆਣਾ, ਹਿਮਾਚਲ ਤੇ ਇਸ ਵਕਤ ਤੁਸੀਂ ਵੇਖ ਰਹੇ ਹੋ, ਜਿੱਥੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਨੇ। ਤਾਂ ਗੁਜਰਾਤ ਦੇ ਗਾਂਧੀਨਗਰ ਸੰਸਦੀ ਹਲਕੇ ਦੇ ਵਿੱਚ ਇਹਨਾਂ ਵੱਲੋਂ ਵੋਟ ਪਾਈ ਜਾਏਗੀ। ਤਾਂ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਇਸ ਵਕਤ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ। ਤਾਂ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। 11 ਸੂਬਿਆਂ ਦੀਆਂ 93 ਸੀਟਾਂ ਤੇ VOTING ਸ਼ੁਰੂ ਹੋ ਚੁੱਕੀ ਹੈ। 1300 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐਮ ਦੇ ਵਿੱਚ ਕੈਦ ਹੋਵੇਗੀ। ਤਾਂ ਉੱਥੇ ਇਹ ਦੱਸਣਾ ਬੇहद ਲਾਜ਼ਮੀ ਹੈ ਕਿ 1300 ਦੇ ਵਿੱਚੋਂ 120 ਮਹਿਲਾ ਉਮੀਦਵਾਰਾਂ ਨੇ ਜੋ ਕਿ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਨੇ। ਤਾਂ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਦੇ ਇਸ ਵਕਤ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚੇ ਨੇ। ਤਾਂ ਵੋਟ ਇਹਨਾਂ ਵੱਲੋਂ ਭੁਗਤਾਈ ਜਾਏਗੀ। ਸੁਰੱਖਿਆ ਦੇ ਪੁਖਤਾ ਪ੍ਰਬੰਧ ਇੱਥੇ ਕੀਤੇ ਹੋਏ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਇੱਥੇ ਤੈਨਾਤ ਕੀਤੀ ਹੋਈ ਹੈ। ਤਾਂ ਚੰਗੇ ਮਾਹੌਲ ਦੇ ਵਿੱਚ ਇਹ VOTING ਹੋਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਇੱਥੇ ਬਚਾਉਣ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਹਾਲਾਂਕਿ ਇਹ ਵੇਖਣਾ ਤਾਂ ਤੀਜੇ ਗੇੜ ਦੇ ਵਿੱਚ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ। यूपी ਦੀਆਂ 10 ਸੀਟਾਂ ਤੇ ਵੀ ਅੱਜ VOTING ਹੋਵੇਗੀ। ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੇ ਲਗਾਤਾਰ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਲੋਕ ਸਭਾ ਹਲਕੇ ਤੋਂ ਕਿਸ ਉਮੀਦਵਾਰ ਦੇ ਖਿਲਾਫ ਕਿਹੜਾ ਉਮੀਦਵਾਰ ਨਿਤਰਿਆ। ਤਾਂ ਤੀਜੇ ਗੇੜ ਦੇ ਵਿੱਚ ਅੱਜ 93 ਸੀਟਾਂ ਤੇ VOTING ਚੱਲ ਰਹੀ ਹੈ। ਸਵੇਰ ਤੋਂ ਹੀ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ। ਜ਼ੀ ਪੰਜਾਬ, ਹਰਿਆਣਾ, ਹਿਮਾਚਲ ਲਗਾਤਾਰ ਇਹੀ ਅਪੀਲ ਕਰ ਰਿਹਾ ਹੈ, ਵੋਟਰਸ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਿਕਲੋ, ਆਪਣੀ ਵੋਟ ਦਾ ਭੁਗਤਾਨ ਜ਼ਰੂਰ ਕਰੋ, ਕਿਉਂਕਿ ਇੱਕ ਵੋਟ ਦੀ ਕੀਮਤ ਬਹੁਤ ਜ਼ਿਆਦਾ ਹੈ। यूपी ਦੀਆਂ 10 ਸੀਟਾਂ ਤੇ ਵੀ ਅੱਜ VOTING ਚੱਲ ਰਹੀ ਹੈ। ਤਾਂ ਲਗਾਤਾਰ ਲੰਬੀਆਂ ਕਤਾਰਾਂ ਦੇ ਵਿੱਚ ਸਵੇਰ ਤੋਂ ਹੀ ਲੋਕ ਲੱਗਣੇ ਸ਼ੁਰੂ ਹੋ ਗਏ ਨੇ। ਹਾਲਾਂਕਿ ਆਪਣੀ ਵਾਰੀ ਦਾ ਇੰਤਜ਼ਾਰ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਮੰਗਲਵਾਰ ਦਾ ਦਿਨ ਹੈ, ਰੁਝੇਵਿਆਂ ਵਾਲਾ ਦਿਨ ਹੈ। ਕੰਮਾਂ ਕਾਰਾਂ ਤੋਂ ਪਹਿਲਾਂ ਆਪਣੀ ਵੋਟ ਦਾ ਭੁਗਤਾਨ ਜ਼ਰੂਰ ਕੀਤਾ ਜਾਵੇ, ਕਿਉਂਕਿ ਇਹਨਾਂ ਉਮੀਦਵਾਰਾਂ ਦੀ ਕਿਸਮਤ ਤੁਹਾਡੇ ਹੱਥ ਦੇ ਵਿੱਚ ਹੈ। ਇੱਕ ਵੋਟ ਦੀ ਕੀਮਤ 11 ਸੂਬਿਆਂ ਦੇ ਵਿੱਚ 93 ਸੀਟਾਂ ਤੇ VOTING ਚੱਲ ਰਹੀ ਹੈ। 1300 ਉਮੀਦਵਾਰਾਂ ਦੀ ਕਿਸਮਤ ਅੱਜ EVM ਦੇ ਵਿੱਚ ਕੈਦ ਹੋਵੇਗੀ। ਦੱਸ ਦੇ ਕਿ ਇਹਨਾਂ ਦੇ ਵਿੱਚੋਂ 120 ਮਹਿਲਾ ਉਮੀਦਵਾਰਾਂ ਨੇ ਜੋ ਕਿ ਅੱਜ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਨੇ।
4 ਜੂਨ ਨੂੰ ਨਤੀਜੇ ਆਉਣਗੇ। ਤੀਜੇ ਗੇੜ ਦੇ ਵਿੱਚ 7 ਕੇਂਦਰੀ ਮੰਤਰੀ ਅਤੇ 3 ਸਾਬਕਾ ਮੁੱਖ ਮੰਤਰੀ ਚੋਣ ਮੈਦਾਨ ਦੇ ਵਿੱਚ ਨੇ।